साहिब जियो। कृपा करो दीन के दाते, मेरा गुण अवगुण ना विचारो कोई। माटी का क्या धोपै स्वामी, मानस की गत एही। कन हर बूंद बसोरो मावल, कुसुम बसंत गनंत। राव सास किरण उदर सागर को, गंग तरंग अंत को पावै। रुदर ध्यान ज्ञान सतगुर के, कब जन भल उनह जो गावै। भले अमरदास गुण तेरे, तेरी उपमा तोहे बन आवै। होवै सिफत खसम दी, नूर अरसों कुरसों झटियै। तुद डिठे सच्चे पातशाह, मल जन्म जन्म दी कटीऐ। बेसुमार अथाह अगणत अतुलै, ज्यों बुलावो त्यों नानक दास बोलै। परम सन्मानयोग गुरु रूप खालसा साध संगत जीओ, अज आप सरबत संगत बड़े प्रेम दे नाल भलियां दे श्रोमणी साहिब श्री गुरु अमरदास साहब महाराज तिन्हां दे पावन पवित्र सालाना जोड़ मेले विच हाज़रियां भर रहे हो। बेशुमार गिणती दे विच संगतां बड़े प्रेम दे नाल बड़े उत्साह दे नाल जिन्हां दा सतगुरु जी दे नाल प्रेम है, भावें कि दिन जिहड़े ने वो महामारी दे चलदे ने, पर जिन्हां दा प्रेम है वो कित्थे परवाह करदे ने। दास देखदा पिया सी ये हज़ारां दी गिणती दे विच संगत हाज़री भर रही है और पिछले सालां वांग सैकड़ियां दी गिणती विच लंगर लगे। इत्थों पता लगता है कि जिन्हां दी धन गुरु अमरदास साहब महाराज ते शरधा है
ਉਹ ਆਪਣੇ ਕਿਸੇ ਵੀ ਦੁੱਖ ਸੁੱਖ ਦੀ ਪਰਵਾਹ ਨਹੀਂ ਕਰਦੇ। ਆਓ ਕੁਝ ਸਮਾਂ ਸਤਿਗੁਰਾਂ ਨੇ ਕਿਰਪਾ ਕਰਕੇ ਆਪਣੇ ਪਾਵਨ ਪਵਿੱਤਰ ਸਥਾਨ ਉੱਤੇ ਹਾਜ਼ਰੀ ਭਰਨ ਦਾ ਬਖਸ਼ਿਸ਼ ਕਰਕੇ ਦਿੱਤਾ ਹੈ। ਆਓ ਇਸ ਸਮੇਂ ਵਿੱਚ ਸਤਿਗੁਰੂ ਜੀ ਦੀ ਮਹਿਮਾ ਕਰੀਏ, ਗੁਣ ਗਾਇਨ ਕਰੀਏ, ਤਾਂ ਕਿ ਸਤਿਗੁਰੂ ਜੀ ਸਾਡੀ ਹਾਜ਼ਰੀ, ਆਪ ਸਰਬੱਤ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ। ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ, ਪਵਿੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਟ ਭਿੱਖਾ ਸਾਹਿਬ ਨੇ ਸਤਿਗੁਰੂ ਦੀ ਮਹਿਮਾ ਦੇ ਵਿੱਚ ਬੜੇ ਭਾਵਪੂਰਤ ਬਚਨ ਕੀਤੇ ਨੇ ਕਿ ਇਸ ਸੰਸਾਰ ਦੇ ਵਿੱਚ ਜੇ ਕੋਈ ਪੂਰਾ ਗੁਰੂ ਹੈ, ਜੇ ਕੋਈ ਪੂਰਾ ਸਤਿਗੁਰੂ ਹੈ ਤੇ ਉਹ ਨੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ। ਆਪ ਕਿਰਪਾ ਕਰਦੇ ਹੋਏ ਫਰਮਾਉਂਦੇ ਨੇ, ਰਹਿਓ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਏ ਮੁਖੋਂ ਇਹ ਪੰਡਤ ਮਿੱਠੇ। ਮੈਂ ਲੱਭਦਾ ਫਿਰਦਾ ਵਾਂ ਕਿ ਕੋਈ ਪੂਰਾ ਸਾਧੂ ਮਹਾਤਮਾ ਭਾਵ ਸਤਿਗੁਰੂ ਗੁਰੂ ਮੈਨੂੰ ਮਿਲੇ, ਪਰ ਮਿਲੇ ਅੱਜ ਤੱਕ ਜਿੰਨੇ ਵੀ ਨੇ ਸਭ ਭੇਖਧਾਰੀ ਨੇ, ਸਿਰਫ ਕੱਪੜੇ ਪਾਉਣ ਤੱਕ ਸੀਮਤ ਨੇ, ਧਰਮ ਦਾ ਨਾਮ ਵਰਤਣ ਤੱਕ ਸੀਮਤ ਨੇ। ਨਾਮ ਧਰਮ ਦਾ ਹੈ, ਦੁਕਾਨਾਂ ਆਪਣੀਆਂ ਚੱਲਦੀਆਂ, ਸੌਦਾ ਆਪਦਾ ਵੇਚਦੇ ਨੇ। ਉਹ ਜ਼ਿਕਰ ਕਰਦੇ ਨੇ ਵੀ ਇਹਦੇ ਵਿੱਚ ਸੰਨਿਆਸੀ ਵੀ ਆਉਂਦੇ ਨੇ, ਇਹਦੇ ਵਿੱਚ ਤਪਸਵੀ ਵੀ ਆਉਂਦੇ ਨੇ, ਤੇ ਇਹਦੇ ਵਿੱਚ ਪੰਡਤ ਵੀ ਆਉਂਦੇ ਨੇ, ਵਖਿਆਨ ਕਰਨ ਵਾਲੇ ਵੀ ਆਉਂਦੇ ਨੇ, ਜਿਹੜੇ ਮੂੰਹ ਤੋਂ ਬੜੀਆਂ ਮਿੱਠੀਆਂ ਗੱਲਾਂ ਕਰਦੇ। ਉਹ ਗੱਲੀ ਬਾਤੀ ਤਾਂ ਇਦਾਂ ਸਿੱਧ ਕਰਦੇ ਜਿੱਦਾਂ ਰੱਬ ਰਹਿੰਦਾ ਹੀ ਉਹਨਾਂ ਕੋਲੇ। ਗੱਲਾਂ ਕਰਦੇ ਨੇ ਉਦਾਹਰਣ ਦੇ ਕੇ, ਪ੍ਰਮਾਣ ਦੇ ਕੇ। ਪਰ ਇੱਕ ਗੱਲ ਯਾਦ ਰੱਖਿਓ, ਨਿਰੀਆਂ ਗੱਲਾਂ ਦੇ ਨਾਲ ਜਿਨ੍ਹਾਂ ਸਤਿਗੁਰਾਂ ਦੇ ਆਪਾਂ ਸਥਾਨ ਤੇ ਬੈਠੇ ਆ, ਪਰਮਾਤਮਾ ਦੀ ਪ੍ਰਾਪਤੀ ਨਹੀਂ। ਸਤਿਗੁਰੂ ਕੀ ਕਹਿੰਦੇ ਨੇ ਆਨੰਦ ਸਾਹਿਬ 'ਚ, ਇੱਕ ਫਿਰੈ ਘਨੇਰੇ ਕਰਹਿ ਗੱਲਾਂ, ਗੱਲੀ ਕਿਨੇ ਨਾ ਪਾਇਆ। ਅਮਰੀਕਾ ਦੇ ਰਾਸ਼ਟਰਪਤੀ ਹੋਏ ਨੇ ਅਬਰਾਹਮ ਲਿੰਕਨ, ਉਹਨਾਂ ਦੀ ਇੱਕ ਬੜੀ ਸੋਹਣੀ ਕਹਾਣੀ ਆਉਂਦੀ। ਇੱਕ ਦਿਨ ਉਹਨਾਂ ਨੇ ਨਾ ਸਾਰੇ ਸਕੱਤਰਾਂ ਨੂੰ ਸੱਦ ਕੇ ਆਖਿਆ ਵੀ ਮੈਂ ਤੁਹਾਡੀ ਪਰਖ ਕਰੂੰਗਾ, ਤੇ ਪਰਖ ਇਹ ਹੋਵੇਗੀ ਵੀ ਅਸਲੀਅਤ ਕੀ ਹੈ ਤੇ ਕਹਿਣਾ ਕੀ ਹੈ, ਜਾਂ ਮੰਨਣਾ ਕੀ ਹੈ ਤੇ ਅਸਲੀਅਤ ਕੀ ਹੈ। ਸਕੱਤਰ ਜਿਹੜੇ ਸੀ 2-3 ਮਹੀਨੇ ਚੇਤਾ ਭੁੱਲ ਗਿਆ। ਹੁਣ ਰਾਸ਼ਟਰਪਤੀ ਹੈ, ਅਮਰੀਕਾ ਦਾ ਬੜਾ ਵਿਦਵਾਨ ਭੱਦਰ ਪੁਰਸ਼ ਹੋਇਆ ਹੈ, ਅੱਜ ਤੱਕ ਉਹਦਾ ਅਮਰੀਕਾ ਦੇ ਲੋਕ ਨਾਂ ਜਪਦੇ ਨੇ। ਇੱਕੋ ਇੱਕ ਇੱਦਾਂ ਦਾ ਬੰਦਾ ਹੋਇਆ ਜਿਹਨੇ ਆਪ ਦੀ ਮੌਤ ਦੀ ਵੀ ਭਵਿੱਖਬਾਣੀ ਕੀਤੀ ਸੀ ਵੀ ਇਸ ਦਿਨ ਮਰੂੰਗਾ, ਇਸ ਅਸਲੇ ਨਾਲ ਮਰੂੰਗਾ, ਇਸ ਟਾਈਮ ਮਰੂੰਗਾ, ਤੇ ਸਹੀ ਸਾਬਤ ਹੋਈ। ਕੋਈ ਸੰਤ ਨਹੀਂ ਹੈ, ਕੋਈ ਬ੍ਰਹਮ ਗਿਆਨੀ ਨਹੀਂ ਹੈ, ਦਾਨਾ ਇੰਨਾ ਸੀ, ਵਿਦਵਾਨ ਏਡਾ ਸੀ, ਸੂਝਵਾਨ ਏਡਾ ਸੀ। ਸਕੱਤਰਾਂ ਨੂੰ ਸੱਦ ਕੇ ਕਹਿਣ ਲੱਗਾ ਵੀ ਘੋੜੇ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਵਾ। ਉਹ ਹੱਸ ਪਏ, ਕਹਿੰਦੇ ਜੀ ਇਹ ਤਾਂ ਸਾਰਿਆਂ ਨੇ ਪਤਾ ਵੀ 4। ਕਹਿਣ ਲੱਗਾ ਜੇ ਆਪਾਂ ਪੂਛ ਨੂੰ 5ਵੀਂ ਲੱਤ ਮੰਨ ਲਈਏ ਤੇ, ਜੇ ਪੂਛ ਨੂੰ ਆਪਾਂ 5ਵੀਂ ਲੱਤ ਕਹਿ ਦਈਏ
फिर किनियां होईयां? कहण लगे जी 5। राष्ट्रपति कहंदा नहीं, कहंदे जी जदों आपां मान ही लिया, कह ही दिता भी पूछ भी लाता, फिर तो 5 ही होईयां ना। कहंदा नहीं, जिन्ना मर्जी कोई कही जावे, पूछ कदी लत्त नहीं बनती तो लत्त कदी पूछ नहीं बनती। असलीयत जिहड़ी है वो कहण दे नाल नहीं बदलदी। पर अज साडा सिखां दा ये बड़ा वड्डा दुखांत है। 4 बंदे उठ के कह देण गुरु ग्रंथ साहिब गुरु नहीं है, गुरद्वारियां दे विच कुछ नहीं आ, ते मनण लग पैंदे। हालांकि असलीयत की है सारी दुनिया जानती है कि महाराज ने की कीता। उन्हां दी रीस कोई भी अवतारी पैगंबर नहीं कर सके। असलीयत ये है। पर 4 बंदे उठ के जो कह देंदे असीं मन लैंदे। भट्ट भिखा साहब कहिंदे ने भी सज्जणा ये पंडित जिहड़े ने ना गल्लां बड़ियां मिठियां करदे, पर रब है नहीं। गुरबाणी की कहती है, कहन कहावन को कई केते। कहण कहाउण नूं ते बड़े ने, बड़ा सौखा जिहा काम, आपदे नाम दे नाल जो मर्जी ला लो। ऐसो जन बिरलो है सेवक तत् जोग को बेते। पर तत्व वेता, आत्मवित, आत्मनिष्ठ, ब्रह्म ज्ञानी, ब्रह्म वेता कोई पूरा जिहड़ा है वो विरला ही है संसार दे विच। बड़ा सोहना जिक्र करते ने, वो कहते मैं 1 साल इस पासे खर्च किया है। 1 साल मैं लाया वा भी पूरा संत मिले। पर किने नौ परचो लायो, पर किसी ने तसल्ली नहीं कराई। कहती सुनी ते गल की निकली, रहत को खुशी ना आयो। कहण वाले बथेरे ने पर रहत किसी विच नहीं है। रहत का इत्थे अर्थ है यकीन। हुण कहण नूं सारे ही रब दीआं गल्लां कहिंदे ने, पर रब ते यकीन किहदा है? किसी विरले दा ही। रब की गल करनी होर चीज़ है, पर यकीन रखना होर चीज़। रहत नहीं है किसी दी। भट्ट भिखा साहब कहते मैं बड़े देखे ने, सुने ने, कहते ने, सोहणियां गल्लां करते ने, पर रहत नहीं। अज साडे दे सिखां दे विच भी ना यही खामी जिहड़ी है वो देखण नूं मिल रही है कि गुरु ते, गुरु दे दर ते, बाणी ते, गुरु दी बरकत ते रहत नहीं, यकीन नहीं। वैसे गुरबाणी दे विच हर गल दा उत्तर दिता है। रूहानीयत दा धार्मिक तौर ते तुसी गुरबाणी तो दुनियावी तौर ते, समाजिक तौर ते, राजनीतिक तौर ते भी कोई भी सेध गुरबाणी तो लै सकते। गुरबाणी की कहती है? पूरा कौन है जी? जिन मिल मारे पंच सूर वीर, ऐसो कौन बली रे। कोई संसार च इहो जिहा सूरमा है जिन्हों काम पैदा ना होवे, जिन्हों सुंदरता वेख के वकार पैदा ना होवे, जिन्हों क्रोध पैदा ना होवे, जिन्हों लोभ ना होवे, किसी चीज़ का मोह ना होवे, जिन्हों 5 वकार नहीं छू सकते। महाराज कहते गुरबाणी कहती है कि पूरा उहो ही है बस। ते जिन्ना चिर ये चीज़ां उहदे अंदर ने उन्ना चिर पूरा नहीं। गुरबाणी मुताबक, धार्मिक ग्रंथां मुताबक। आप जी ने एक बड़ी सुंदर गाथा सुनी होवेगी, येन साधु होए ना लिंची।
ਉਹਨਾਂ ਨੂੰ ਜਦੋਂ ਕੋਈ ਮਾੜਾ ਚੰਗਾ ਬੋਲਦਾ ਹੁੰਦਾ ਸੀ, ਉਹਨਾਂ ਨੇ ਨਾ ਬੜੀ ਨੀਝ ਦੇ ਨਾਲ ਨਿਗਾਹ ਪਾ ਕੇ ਉਹਦੇ ਵੱਲ ਵੇਖਣਾ। ਤੇ ਉਹਨਾਂ ਦੀ ਨਿਗਾਹ ਕਾਹਦੀ ਸੀ? ਅੰਦਰੋਂ ਆਤਮਾ ਨੂੰ ਧੂ ਪਾ ਦਿੰਦੀ ਸੀ, ਖਿੱਚ ਪਾ ਦਿੰਦੀ ਸੀ ਜਦੋਂ ਵੇਖਦੇ ਸੀ ਕਿਸੇ ਵੱਲ। ਬੜੀ ਨੀਝ ਦੇ ਨਾਲ ਦੇਖਣਾ ਤੇ ਅਪਮਾਨ ਕਰਨ ਵਾਲੇ ਵੱਲ ਵੇਖ ਕੇ ਹੱਸ ਪੈਣਾ ਤੇ ਪਤਾ ਕੀ ਕਹਿਣਾ, ਇਹ ਅੰਦਰੋਂ ਖਾਲੀ ਆ। ਉਹਨਾਂ ਦੇ ਚੇਲੇ ਬੜੇ ਹੈਰਾਨ ਹੋਏ ਉਹਦੇ ਵਿਵਹਾਰ ਤੋਂ, ਵੀ ਜਦੋਂ ਕੋਈ ਤੇਰਾ ਅਪਮਾਨ ਕਰੇ ਤੂੰ ਬੜੀ ਨੀਝ ਦੇ ਨਾਲ ਦੇਖਦਾ ਹੈ ਤੇ ਫਿਰ ਕਹਿ ਦਿੰਦਾ ਅੰਦਰੋਂ ਖਾਲੀ ਹੈ। ਇਹ ਗੱਲ ਕੀ ਹੈ? ਉਹ ਕਹਿੰਦਾ ਜਵਾਨੀ ਵੇਲੇ ਤੁਹਾਨੂੰ ਪਤਾ ਹੀ ਹੈ ਕ੍ਰੋਧ ਬੜਾ ਪੈਦਾ ਹੁੰਦਾ ਸੀ। ਇੱਕ ਦਿਨ ਦੀ ਗੱਲ ਹੈ, ਮੱਸਿਆ ਦੀ ਰਾਤ, ਦਰਿਆ ਦੇ ਵਿੱਚ ਬੇੜੀ ਸੀ ਤੇ ਮੈਂ ਸੋਚਿਆ ਕਿੰਨਾ ਸ਼ਾਂਤਮਈ ਵਾਤਾਵਰਨ ਆ। ਮੈਂ ਬੇੜੀ 'ਚ ਬਹਿ ਕੇ ਚੌਂਕੜਾ ਮਾਰ ਕੇ ਧਿਆਨ ਲਾਉਣ ਲੱਗ ਪਿਆ ਤੇ ਜਦੋਂ ਧਿਆਨ ਲਾ ਰਿਹਾ ਸੀ, ਟਿਕੀ ਹੋਈ ਰਾਤ ਦੇ ਵਿੱਚ ਇੱਕ ਹੋਰ ਬੇੜੀ ਆਈ, ਉਹ ਮੇਰੇ ਨਾਲ ਟਕਰਾ ਗਈ, ਮੇਰੀ ਬੇੜੀ ਨਾਲ। ਤੇ ਮੈਨੂੰ ਚੜਿਆ ਗੁੱਸਾ, ਮੈਂ ਵਾਹਿਯਾਤ ਬੋਲਣਾ ਸ਼ੁਰੂ ਕਰਤਾ ਤੇ ਬੇੜੀ ਚਲਾਉਣ ਵਾਲੇ ਨੂੰ ਵੀ ਬੜਾ ਬੁਰਾ ਭਲਾ ਬੋਲਿਆ। ਪਰ ਜਦੋਂ ਧਿਆਨ ਦੇ ਨਾਲ ਵੇਖਿਆ, ਮੱਸਿਆ ਦੀ ਰਾਤ ਸੀ, ਹਨੇਰਾ ਸੀ, ਪਰ ਜਦੋਂ ਧਿਆਨ ਨਾਲ ਵੇਖਿਆ ਬੇੜੀ 'ਚ ਕੋਈ ਵੀ ਨਹੀਂ ਸੀ। ਉਹ ਤੇ ਲਹਿਰਾਂ ਦੇ ਬਲ ਕਰਕੇ, ਹਵਾ ਕਰਕੇ ਮੇਰੀ ਬੇੜੀ ਨਾਲ ਟਕਰਾ ਗਈ, ਚਲਾਉਣ ਵਾਲਾ ਕੋਈ ਵੀ ਨਹੀਂ ਸੀ। ਮੇਰੇ ਮਨ ਤੇ ਕਹਿੰਦਾ ਬੜੀ ਗਹਿਰੀ ਸੱਟ ਵੱਜੀ। ਰਾਤ ਸੀ, ਕੱਲਾ ਮੈਂ ਸੀ, ਦਰਿਆ ਦੇ ਵਿੱਚ ਬੇੜੀ 'ਚ ਬੈਠਾ ਤੇ ਗਾਲਾਂ ਕੱਢਣ ਡਿਆ, ਵਾਹਿਯਾਤ ਬੋਲਦਾ ਪਿਆ। ਇਸ ਗੱਲ ਦਾ ਮੇਰੇ ਮਨ ਤੇ ਇੰਨਾ ਅਸਰ ਹੋਇਆ ਜੀ, ਉਹ ਜਿਹੜਾ ਸਾਧੂ ਸੀ ਉਹਦਾ ਉਤਾਰਾ ਬੇੜੀ ਨੇ ਹੀ ਕਰਤਾ, ਬੇੜੀ ਨੇ ਹੀ ਉਹਦਾ ਜੀਵਨ ਬਦਲ ਦਿੱਤਾ। ਤੇ ਉਹ ਕਹਿੰਦਾ ਜਦੋਂ ਵੀ ਫਿਰ ਮੇਰੇ ਮਨ 'ਚ ਕਾਮ ਜਾਂ ਕ੍ਰੋਧ ਜਾਂ ਲੋਭ ਪੈਦਾ ਹੋਣਾ ਤੇ ਮੈਂ ਹੱਸ ਕੇ ਆਪਦੇ ਆਪ ਨੂੰ ਕਹਿਣਾ, ਅਜੇ ਤੂੰ ਖਾਲੀ ਆ, ਅਜੇ ਹੈ ਨਹੀਂ ਤੇਰੇ ਪੱਲੇ ਕੁਝ ਵੀ। ਬਸ ਉਸ ਸਿੱਖਿਆ ਨੇ ਬੇੜਾ ਪਾਰ ਕਰਤਾ। ਤਾਂ ਉਹਨੂੰ ਕੋਈ ਵੀ ਸੱਜਣ ਮਿਲਣਾ, ਜੇ ਵੱਧ ਘੱਟ ਗੱਲ ਹੋ ਜਾਣੀ ਹੁੰਦੀ ਹੈ ਸੰਸਾਰ ਦੇ ਵਿੱਚ, ਉਹਨੇ ਗੁੱਸਾ ਨਾ ਕਰਨਾ, ਕਿਉਂ ਕਹਿ ਦੇਣਾ ਅਜੇ ਬੇੜੀ ਖਾਲੀ ਆ, ਅਜੇ ਬੇੜੀ ਕਿਸ਼ਤੀ ਜਿਹੜੀ ਹੈ ਉਹ ਖਾਲੀ। ਸਤਿਗੁਰੂ ਕੀ ਕਹਿੰਦੇ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ। ਹੁਣ ਸਾਰਾ ਸੰਸਾਰ ਜਿਹੜਾ ਨਾ ਤਕਰੀਬਨ ਇਹ ਵਡਿਆਈ ਚਾਹੁੰਦਾ ਹੈ। ਹਰ ਬੰਦਾ ਚਾਹੁੰਦਾ ਕਿ ਮੇਰਾ ਨਾਂ ਬਣੇ, ਵਡਿਆਈ ਦਾ ਭੁੱਖਾ ਹੈ ਬੰਦਾ, ਕੋਈ ਮੰਨਦਾ ਹੈ ਕੋਈ ਨਹੀਂ ਮੰਨਦਾ ਹੈ, ਭੁੱਖ ਹਰੇਕ ਨੂੰ ਵਡਿਆਈ ਦੀ ਪਈ ਹੈ। ਆਪ ਜੀ ਹੈਰਾਨ ਹੋਵੋਗੇ, ਹਰ ਮਨੁੱਖ ਵਡਿਆਈ ਦੇ ਪਿੱਛੇ ਭੱਜਦਾ ਹੈ। ਹਜ਼ਾਰਾਂ ਦਾ ਇਕੱਠ ਹੋਵੇ, ਤਖਤ ਉੱਤੇ ਸਤਿਗੁਰੂ ਬੈਠੇ, ਧੰਨ ਗੁਰੂ ਅਮਰਦਾਸ ਸਾਹਿਬ ਤੇ ਬਾਬਾ ਦਾਤੂ ਜੀ, ਗੁਰੂ ਅੰਗਦ ਦੇਵ ਸਾਹਿਬ ਦੇ ਸਾਹਿਬਜ਼ਾਦੇ, ਦੋ ਸਾਹਿਬਜ਼ਾਦੇ ਹੋਏ, ਬਾਬਾ ਦਾਤੂ ਜੀ, ਬਾਬਾ ਦਾਸੂ ਜੀ। ਤੇ ਵੱਡੇ ਸਾਹਿਬਜ਼ਾਦੇ ਆਣ ਕੇ ਲੱਤ ਮਾਰਨ ਵੱਖੀ ਦੇ ਵਿੱਚ, ਤਖਤ ਤੇ ਮਹਾਰਾਜ ਬੈਠੇ ਹੋਣ ਤੇ ਸਾਰੀ ਸੰਗਤ ਵਿੱਚ ਹੀ ਵੱਖੀ ਦੇ ਵਿੱਚ ਆਣ ਕੇ ਕੋਈ ਲੱਤ ਮਾਰੇ ਤੇ ਤਖਤ ਤੋਂ ਡਿੱਗ ਪੈਣ। ਏਡੀ ਵੱਡੀ ਨਿਮਰਤਾ, ਤੇ ਉੱਠ ਕੇ ਬਾਬਾ ਜੀ ਦੇ ਚਰਨ ਫੜ ਲੈਣ, ਵੀ ਸੱਟ ਤਾਂ ਨਹੀਂ ਲੱਗੀ। ਕਿਉਂ? ਇੱਕ ਤਾਂ ਮੈਂ ਬਜ਼ੁਰਗਾਂ, ਭਾਈ ਸੰਤੋਖ ਸਿੰਘ ਜੀ ਕਹਿੰਦੇ, ਦੂਜਾ ਸੇਵਾ ਕਰਨ ਕਰਕੇ ਸਰੀਰ ਬੜਾ ਕਰੜਾ ਹੋ ਗਿਆ, ਤੁਹਾਨੂੰ ਸੱਟ ਤਾਂ ਨਹੀਂ ਲੱਗੀ, ਤੁਹਾਡੇ ਚਰਨ ਕੋਮਲ ਨੇ। ਹੈ ਕੋਈ ਦੁਨੀਆ ਤੇ? ਗਾਹੇ ਬਗਾਏ ਗਲੀ ਦੇ ਵਿੱਚ ਕੋਈ ਕਿਸੇ ਦਾ ਅਪਮਾਨ ਕਰਦੇ ਬੰਦਾ ਤਾਂ ਨਹੀਂ ਜਰਦਾ, ਕੋਈ ਕਿਸੇ ਦੀ ਵਡਿਆਈ ਨੂੰ ਠੇਸ ਪਹੁੰਚਾ ਦੇ ਬੰਦਾ ਤਾਂ ਨਹੀਂ ਜਰਦਾ।
पर भरे इकट्ठ दे विच दुनिया सिर झुकाउंदी होवे, लाइनां लग के मत्थे टेकदे होण, ते एडी वड्डी निमरता, इन्ने शांत एवें नहीं। गुरबाणी दे विच लिखिया कि सज्जणा धन गुरु अमरदास साहब दे दर ते चले जा, सब कुछ ही सफला हो जाएगा। चरण तां पर सकियथ चरण गुर अमर पवलरै, पैर तेरे तां सफले ने जे गुरु अमरदास साहब दे दर वल जाण। हथ तां पर सकियथ, हथ लगे है गुर चरण गुर अमर पै। हथ तेरे तां सफले ने जे सतगुरां दे चरनां नूं लग जाण। जी तां पर सकियथ जी गुर अमर भड़िजै। जबान तेरी तां सफली है जे गुरु अमरदास साहब जी का नां जपे। नैण तां पर सकियथ नैण गुर अमर पखिजै। ये अखां तेरियां तां सफलियां ने जे धन गुरु अमरदास साहब दे दर्शन कर। श्रवण ता पर सकियथ श्रवण गुर अमर सुणीजै। ये कन तेरे तां सफले ने जे धन गुरु अमरदास साहब दे बचन सुने, पवित्र उपदेश सुने। एडी वड्डी महानता धन गुरु अमरदास साहब जी की बाणी विच अंकित है। गल चल पई सी रहत दी, कहती सुनी, कहण वाले बथेरे ने। गुरबाणी की कहती है भी कहो कबीर शूशा घट बोले, भरिया होवे सो कबहू ना डोले। किड्डी वड्डी मिसाल है कि सतगुरु दे सिंघासन ते बैठे होण, हज़ारां दी गिणती च संगत आउंदी होवे ते वक्खी जाण के लत्त मार देण। ये कौन ने? जिन मिल मारे पंच सूरबीर, ऐसो कौन बली रे जिन पंच मार बिदार गुदारे, सो पूरा यह कली रे। तो साधु जिहड़ा येन साधु होया ना, बोधी बौद्ध धर्म दे विच दो फिरके आ ना, सबजैक्टिविटी ते ऑबजैक्टिविटी, दो मत चलदे। जिवें जैनियां विच भी दो मत ने, एक नांगे ते एक चिट्टे कपड़े पाउण वाले। इस्लाम दे विच भी दो चलदे ने, शिया ते सुन्नी। हौली हौली सिखां नूं भी उधर नूं लिजाया जा रहा भी दो धड़े बन जाण ते आपस विच ही लड़ी जाया कर। गुरु किरपा करे, गुरु तरस करे भी दो धड़े खड़े कर दो, इन्हां दी शक्ति आपस विच लड़ के खत्म होवे। ਉਹ ਸਾਧ ਕਹਿੰਦਾ ਜਿੰਨਾ ਚਿਰ ਕਾਮ ਕ੍ਰੋਧ ਲੋਭ ਮੋਹ ਹੈ, ਉਨਾ ਚਿਰ ਮੈਂ ਤੈਨੂੰ ਕਹਿਣਾ ਤੂੰ ਖਾਲੀ ਆ, ਤੇਰੀ ਕਿਸ਼ਤੀ ਖਾਲੀ ਆ, ਤੇਰੀ ਬੇੜੀ 'ਚ ਰੱਬ ਨਹੀਂ ਬੈਠਾ, ਕੁਝ ਵੀ ਨਹੀਂ ਹੈ। ਇਸਲਾਮ ਧਰਮ ਦਾ ਪਵਿੱਤਰ ਗ੍ਰੰਥ ਹੈ ਕੁਰਾਨ। ਅਰਬੀ ਦਾ ਉਚਾਰਨ ਪੰਜਾਬੀ ਬੰਦਿਆਂ ਵਾਸਤੇ ਬੜਾ ਔਖਾ ਹੈ। ਜਿਹੜੀ ਲੈ ਅਰਬੀ ਦੀ ਕੁਰਾਨ ਦੀ ਉਹ ਸਾਡੇ ਵਾਸਤੇ ਬੜੀ ਔਖੀ ਹੈ। ਉੱਦਾਂ ਇੱਕ ਅੱਧੀ ਲਾਈਨ ਸੁਣਾਉਣੀ ਸਾਨੂੰ ਅਰਬੀ ਦੀ ਵੀ ਬੜੀ ਸੌਖੀ ਹੈ। ਕੁਰਾਨ ਦੇ ਵਿੱਚ ਬੜਾ ਸੋਹਣਾ ਜ਼ਿਕਰ ਆ ਰਿਹਾ ਸੀ, ਕੁਲ ਹੂ ਅੱਲਾਹੁ ਆਹਦ। ਕੁਲ ਮੈਨੇ ਕਹਿ ਦੇ। ਮੁਹੰਮਦ ਸਾਹਿਬ ਨੂੰ ਫਰਿਸ਼ਤਾ ਜਦੋਂ ਮਿਲਿਆ ਨਾ, ਰੱਬ ਦਾ ਦੂਤ ਮਿਲਿਆ ਖੁਦਾ ਦਾ, ਉਹਨੇ ਪਹਿਲਾ ਉਪਦੇਸ਼ ਮੁਹੰਮਦ ਸਾਹਿਬ ਨੂੰ ਕਿਹਾ ਵੀ ਕਹਿ ਦੇ ਅੱਲਾ ਇੱਕ ਆ, ਹੂ ਵਾਹਦ ਇੱਕ। ਤੇ ਦੂਸਰੀ ਗੱਲ ਪਤਾ ਕੀ ਕਹੀ? ਅੱਲਾਹ ਹੁਸ ਸਮਦ। ਜਿਹੜਾ ਅੱਲਾ ਹੈ ਉਹ ਬੇਨਿਆਇਤ ਹੈ, ਉਹਨੂੰ ਕਿਸੇ ਚੀਜ਼ ਦਾ ਲੋਭ ਨਹੀਂ।
ਉਹਨੂੰ ਕੋਈ ਕਾਮ ਨਹੀਂ, ਕ੍ਰੋਧ ਨਹੀਂ, ਤਮਾ ਨਹੀਂ। ਆਪਾਂ ਪੜ੍ਹਦੇ ਹਾਂ ਨਾ, ਵੱਡਾ ਨਾ ਹੋਵੇ, ਘਾੜ ਨਾ ਜਾਏ, ਜੇ ਅਸੀਂ ਸੇਵਾ ਕਰਾਂਗੇ ਤੇ ਸਾਡਾ ਭਲਾ। ਪਰਮਾਤਮਾ ਦਾ ਕੰਮ ਨਹੀਂ ਰੁਕਣ ਲੱਗਾ। ਜੇ ਅਸੀਂ ਬਾਣੀ ਨਹੀਂ ਪੜ੍ਹਦੇ, ਇਹ ਨਾ ਸਮਝੋ ਵੀ ਰੱਬ ਨੂੰ ਬਹੁਤ ਘਾਟਾ ਪੈ ਰਿਹਾ। ਸਾਡੇ ਪੜ੍ਹਨ ਨਾਲੋਂ ਵੱਡਾ ਨਹੀਂ ਹੁੰਦਾ ਤੇ ਸਾਡੇ ਨਾ ਪੜ੍ਹਨ ਦੇ ਨਾਲੋਂ ਘਟਦਾ ਨਹੀਂ ਹੈ। ਉਹ ਕਿਸੇ ਦਾ ਮੁਥਾਜ ਨਹੀਂ। ਤੇ ਦਾਸ ਸੋਚਦਾ ਪਿਆ ਸੀ ਵੀ ਧਾਰਮਿਕ ਗ੍ਰੰਥਾਂ ਵਿੱਚ ਬੜੀਆਂ ਪੰਕਤੀਆਂ ਇਹੋ ਜਿਹੀਆਂ ਮਿਲ ਜਾਂਦੀਆਂ ਨੇ ਜਿਹੜੀਆਂ ਇੱਕ ਦੂਜੇ ਨਾਲ ਮਿਲਦੀਆਂ ਨੇ। ਹੁਣ ਕੁਰਾਨ ਦੇ ਵਿੱਚ ਕੀ ਲਿਖਿਆ? ਪਰਮਾਤਮਾ ਨੂੰ ਕੋਈ ਤਮਾ ਨਹੀਂ, ਕੋਈ ਲੋਭ ਨਹੀਂ, ਕੋਈ ਕਾਮ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਮੋਹ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਤੇ ਲਿਖਿਆ ਨਾ, ਜਿਸ ਨੂੰ ਤਿਲ ਨਾ ਤਮਾਏ। ਹੁਣ ਤਿਲ ਕਿੱਡਾ ਕੁ ਹੁੰਦਾ ਹੈ, ਕਿਤੇ ਚਿੱਟੇ ਕਾਲੇ ਤਿਲ ਕਿੱਡਾ ਕੁ ਹੁੰਦਾ ਹੈ, ਜਿਹਦੇ ਵਿੱਚ ਇੰਨੀ ਵੀ ਤਮਾ ਨਹੀਂ, ਲੋਭ ਨਹੀਂ, ਲਾਲਚ ਨਹੀਂ। ਉਹ ਕੌਣ ਹੈ? ਪਰਮਾਤਮਾ। ਉਹ ਕੌਣ ਹੈ? ਵਾਹਿਗੁਰੂ ਪੂਰਾ, ਸਤਿਗੁਰੂ ਪੂਰੇ ਮਹਾਤਮਾ। ਅੱਜ ਸਿੱਖਾਂ ਨੂੰ ਕੀ ਲੋੜ ਹੈ? ਰਹਿਤ ਲਿਆਉਣ ਦੀ, ਯਕੀਨ ਲਿਆਉਣ ਦੀ ਕਿ ਸਾਡੇ ਸਤਿਗੁਰੂ ਸਮਰੱਥ ਨੇ, ਉਹ ਜੋ ਚਾਹੁਣ ਉਹ ਕਰ ਸਕਦੇ ਨੇ। ਧੰਨ ਗੁਰੂ ਅੰਗਦ ਦੇਵ ਸਾਹਿਬ ਨੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਕਿੰਨੇ ਵਰ ਦਿੱਤੇ ਨੇ। ਕੀ ਉਹ ਵਰ ਅੱਜ ਇੱਥੇ ਮੁੱਕ ਚੁੱਕੇ ਨੇ? ਕਦੀ ਵੀ ਨਹੀਂ। ਦੇਂਦਾ ਦੇ, ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਏ। ਇਤਿਹਾਸ ਦੇ ਬੋਲ ਨੇ, ਤੁਮ ਹੋ ਨਿਥਾਵਨ ਥਾਨ, ਕਰ ਹੋ ਨਿਮਾਣਹਿ ਮਾਨ। ਨੰਬਰ 3, ਬਿਨ ਓਟ ਕੀ ਤੁਮ ਓਟ, ਨਿਧਰਨ ਕੀ ਧਿਰ ਕੋਟ। ਨੰਬਰ 4। ਨੰਬਰ 5, ਬਿਨ ਜੋਰ ਕੋ ਬਾਰ ਜੋਰਾ। बिन जोर को तुम जोर, सामना नहीं है तुमको होर। 12 ਵਾਰ ਧੰਨ ਗੁਰੂ ਅੰਗਦ ਦੇਵ ਸਾਹਿਬ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਨੂੰ ਦਿੱਤੇ। ਉਹ ਅੱਜ ਵੀ ਇਸ ਥਾਂ ਤੇ ਵਰਤਦੇ ਨੇ। ਜਿਹੜਾ ਕੋਈ ਭਾਵਨਾ, ਯਕੀਨ, ਸ਼ਰਧਾ ਲੈ ਕੇ ਆਵੇ, ਉਹਦੀ ਇੱਛਾ ਪੂਰੀ ਹੁੰਦੀ ਹੈ। ਰਹਿਤ ਦੀ ਗੱਲ ਚੱਲੀ ਸੀ, ਗੁਰੂ ਤੇ ਯਕੀਨ ਹੋਣਾ ਚਾਹੀਦਾ। ਦਫ਼ਤਰ ਦੇ ਵਿੱਚ ਬੈਠੇ ਸੀ, ਮੈਨੇਜਰ ਸਾਹਿਬ ਬੈਠੇ ਸੀ, ਸਰਦਾਰ ਗੁਰਪ੍ਰੀਤ ਸਿੰਘ ਜੀ, ਪੰਥ ਦੇ ਮਹਾਨ ਪ੍ਰਚਾਰਕ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਹੈੱਡ ਗ੍ਰੰਥੀ ਗਿਆਨੀ ਕੁਲਵੰਤ ਸਿੰਘ ਜੀ, ਕਮਾਲ ਦੀ ਗੱਲ ਅੱਜ ਇਹ ਹੋ ਚੁੱਕੀ ਹੈ ਵੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਤੋੜਿਆ ਜਾ ਰਿਹਾ। ਬਹੁਤੇ ਸਿੱਖਾਂ ਨੂੰ ਤੇ ਇਹ ਵੀ ਨਹੀਂ ਪਤਾ ਕਿ ਇਤਿਹਾਸ ਕੀ ਹੈ, ਮਿਥਿਹਾਸ ਕੀ ਹੈ। ਇੱਕ ਬੰਨੇ ਅਸੀਂ ਕੀ ਕਹਿੰਦੇ ਹਾਂ, ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਧੰਨ ਗੁਰੂ ਗ੍ਰੰਥ ਸਾਹਿਬ 'ਚ ਜੋ ਵੀ ਲਿਖਿਆ ਗਿਆ ਹੈ, ਜੋ ਵੀ ਉਦਾਹਰਣ ਆਈ ਹੈ, ਸਭ ਸੱਚ ਹੈ। ਕਿਉਂ? ਮਹਾਰਾਜ ਆਪ ਕਹਿੰਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਪਰ ਅੱਜ ਇੱਕ ਇੱਦਾਂ ਦੇ ਸਿੱਖ ਵੀ ਆ ਗਏ ਨੇ, ਉਹ ਕਹਿੰਦੇ ਜਿਹੜੀਆਂ ਉਦਾਹਰਨਾਂ ਨੇ ਉਹ ਮਿਥਿਹਾਸ ਹੈ। ਹੁਣ ਕਈ ਮੇਰੇ ਭਰਾਵਾਂ ਨੂੰ ਤੇ ਇਤਿਹਾਸ ਤੇ ਮਿਥਿਹਾਸ ਦਾ ਵੀ ਨਹੀਂ ਪਤਾ। ਇਤਿਹਾਸ ਕੀ ਹੈ? ਵੀ ਜਿਹਦਾ ਦਿਨ ਪਤਾ ਹੈ,
ਤਰੀਕ ਪਤਾ ਹੈ, ਸਮਾਂ ਪਤਾ ਹੈ, ਉਹ ਇਤਿਹਾਸ ਹੈ। ਤੇ ਮਿਥਿਹਾਸ ਕੀ ਹੈ ਵੀ ਘਟਨਾ ਹੋਈ ਆ ਪਰ ਦੇਰ ਬਹੁਤ ਹੋ ਗਈ ਆ, ਸਹੀ ਟਾਈਮ ਨਹੀਂ ਪਤਾ ਵੀ ਕਦੋਂ ਹੋਈ ਸੀ। ਮਿਥਿਹਾਸ ਦਾ ਇਹ ਮਤਲਬ ਨਹੀਂ ਵੀ ਉਹ ਝੂਠੀ ਹੈ, ਮਿਥਿਆ ਹੈ। ਮਿਥਿਹਾਸ ਦਾ ਮਤਲਬ ਇੰਨਾ ਕਿ ਵੀ ਹੋਈ ਹੈ ਪਰ ਪਤਾ ਨਹੀਂ ਕਦੋਂ ਦੀ ਹੋਈ, ਕਿਹੜੇ ਟਾਈਮ ਹੋਈ ਹੈ। ਟਾਈਮ ਬਹੁਤ ਜ਼ਿਆਦਾ ਹੋ ਚੁੱਕਾ ਹੈ। ਤੇ ਜਿੰਨੇ ਪੰਥ ਦੇ ਵਿੱਚ ਰੌਲੇ ਅੱਜ ਚੱਲਦੇ ਪਏ ਨੇ, ਇਸ ਹਿਸਾਬ ਨਾਲ ਕੱਲ ਨੂੰ ਕਿਤੇ ਇਹ ਨਾ ਕਹਿ ਦਿਓ 500 ਸਾਲਾਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਜੀ ਵੀ ਮਿਥਿਹਾਸ ਹੈ, ਅਸੀਂ ਨਹੀਂ ਮੰਨਦੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵੀ ਮਿਥਿਹਾਸ ਹੈ, ਅਸੀਂ ਨਹੀਂ ਮੰਨਦੇ। ਟਾਈਮ ਤੇ ਸਾਨੂੰ ਵੀ ਇੱਕ ਦਿਨ ਹੋਣਾ ਹੀ ਹੈ। ਮਿਥਿਹਾਸ ਦਾ ਮਤਲਬ ਇਹ ਨਹੀਂ ਵੀ ਹੋਏ ਨਹੀਂ, ਮਿਥਿਹਾਸ ਦਾ ਮਤਲਬ ਇੰਨਾ ਕਿ ਵੀ ਸਹੀ ਟਾਈਮ ਨਹੀਂ ਪਤਾ, ਘਟਨਾ ਹੋਈ ਹੈ ਪਰ ਸਮਾਂ ਬੜਾ ਪੈ ਗਿਆ। ਇੱਕ ਬੰਨੇ ਤੇ ਆਪਾਂ ਕਹਿੰਦੇ ਆ ਵੀ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਤੇ ਦੂਸਰੇ ਬੰਨੇ ਕਹਿੰਦੇ ਨਹੀਂ ਜੀ, ਇਹ ਜਿਹੜੀ ਵਿੱਚ ਉਦਾਹਰਣ ਦਿੱਤੀ ਨਾ, ਇਹ ਸੱਚੀ ਨਹੀਂ ਆ, ਇਹ ਕਾਲਪਨਿਕ ਆ। ਤੇ ਫਿਰ ਕਾਹਦਾ ਨਿਸ਼ਚਾ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ? ਇਹਦਾ ਮਤਲਬ ਵੀ ਗੁਰੂ ਸਾਹਿਬ ਝੂਠੀਆਂ ਉਦਾਹਰਨਾਂ ਦਿੰਦੇ। ਧੰਨ ਗੁਰੂ ਅਮਰਦਾਸ ਸਾਹਿਬ ਦੀ ਰਹਿਤ ਵੇਖੋ, ਇੱਥੇ ਰਹਿਤ ਦਾ ਅਰਥ ਕੀ ਆ? ਯਕੀਨ। ਇੱਕ ਵਾਰੀ ਬੀਬੀ ਅਮਰੋ ਤੋਂ ਸ਼ਬਦ ਸੁਣਿਆ। ਸ਼ਬਦ ਕਿਹੜਾ ਸੀ ਜੀ? ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਉ ਗੁਣ ਨਾਹੀ ਅੰਤ ਹਰੇ। ਚਿਤ ਚੇਤਸ ਕੀ ਨਹੀਂ ਬਾਬਰਿਆ, ਹਰ ਬਿਸਰਤ ਤੇਰੇ ਗੁਣ ਗਲੇ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਇੱਕ ਸਕਿੰਟ ਨਹੀਂ ਮੈਂ ਲੰਘਣ ਦਿੰਦਾ ਜਦੋਂ ਮੇਰੇ ਮਨ 'ਚ ਸੋਚ ਨਹੀਂ ਆਉਂਦੀ ਵੀ ਕਿਹਨੂੰ ਫਸਾਵਾਂ, ਕਿਹਦੇ ਨਾਲ ਠੱਗੀ ਮਾਰਾਂ, ਕਿਹਦੇ ਨਾਲ ਧੋਖਾ ਕਰਾਂ। ਜੇਤੀ ਘੜੀ ਫਾਹੀ ਤੇਤੀ। ਹੁਣ ਇਸ ਸ਼ਬਦ ਨੂੰ ਸੁਣ ਕੇ ਇਹੋ ਜਿਹੀ ਛਾਪ ਲੱਗੀ ਜਿੱਦਾਂ ਕੋਈ ਚੀਜ਼ ਪ੍ਰਿੰਟ ਹੋ ਜਾਂਦੀ ਹੈ, ਪਾੜ ਜਾਵੇਗੀ, ਸੰਸਕਾਰ ਕਰਦੇ ਸਾੜਦੇ ਪਰ ਮਿਟੇਗੀ ਨਹੀਂ। ਇਹੋ ਜਿਹੀ ਦਿਲ ਤੇ ਛਾਪ ਲੱਗੀ। ਇੱਕ ਸ਼ਬਦ ਸੁਣਿਆ, ਉੱਤੇ ਰਹਿਤ ਆ ਗਈ, ਯਕੀਨ ਆ ਗਿਆ। ਤੇ ਕੌਣ ਬਣ ਗਏ? ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਸੰਸਾਰ ਨੂੰ ਤਾਰਨ ਵਾਲੇ, ਜੰਮਣ ਮਰਨ ਦੀ 84 ਕੱਟਣ ਵਾਲੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ। ਅੱਜ ਤੱਕ ਸੇਲਾਂ ਲੱਗੀਆਂ ਨੇ ਕੱਪੜੇ ਦੀਆਂ। ਸਿਆਲਾਂ ਵਾਲਾ ਸਮਾਨ ਗਰਮੀਆਂ 'ਚ ਸੇਲ ਲਾ ਦਿੰਦੇ ਵੀ ਹੁਣ ਵਿਕਣਾ ਨਹੀਂ। ਸਰਦੀਆਂ ਵਾਲਾ ਸਮਾਨ ਗਰਮੀ ਦੇ ਸ਼ੁਰੂ 'ਚ ਸੇਲ ਲੱਗ ਜਾਂਦੀ ਵੀ ਹੁਣ ਵਿਕਣਾ ਨਹੀਂ। ਕੱਪੜਿਆਂ ਦੀ ਸੇਲ ਲੱਗੀ ਆ, ਫਲਾਂ ਦੀ ਸੇਲ ਲੱਗੀ ਆ, ਬੜੀਆਂ ਸੇਲਾਂ ਹੋਣਗੀਆਂ। ਬੜੇ ਲੰਗਰ ਲੱਗੇ ਨੇ ਦੁਨੀਆ 'ਚ, ਪ੍ਰਸ਼ਾਦੇ ਦੇ, ਦਵਾਈ ਦੇ, ਕੱਪੜੇ ਦੇ, ਪਰ ਮੁਕਤੀ ਦਾ ਲੰਗਰ ਨਹੀਂ ਕੋਈ ਅੱਜ ਤੱਕ ਲਾ ਸਕਿਆ। ਉਹ ਕਿੰਨੇ ਲਾਇਆ ਵਾ? ਧੰਨ ਗੁਰੂ ਅਮਰਦਾਸ ਸਾਹਿਬ ਦੇ। ਆ ਜਾਓ, ਬੌਲੀ ਸਾਹਿਬ ਦੀ ਸੇਵਾ ਚੱਲਦੀ ਆ, ਜਿਹੜਾ ਕਰੂਗਾ ਮੁਕਤ ਹੋਊਗਾ। ਜਿਹੜਾ ਜਪਜੀ ਸਾਹਿਬ ਦਾ ਜਾਪ ਕਰੂਗਾ, ਇਸ਼ਨਾਨ ਕਰੂਗਾ, ਗੁਰਬਾਣੀ ਦਾ ਅਭਿਆਸ ਕਰੂਗਾ, ਮੁਕਤ ਹੋਊਗਾ। ਉਹ ਹੈ ਕੋਈ ਸੰਸਾਰ ਤੇ ਐਸਾ ਪੈਗੰਬਰ ਜਿਹਨੇ ਮੁਕਤੀ ਨੂੰ ਡਿਸਕਾਊਂਟ ਤੇ ਰੱਖਤਾ ਹੋਵੇ, ਸੇਲ ਤੇ ਰੱਖਤਾ ਹੋਵੇ, ਲੈ ਜਾਓ ਜਿਹਨੇ ਲੈਣੀ। ਇੱਕ ਸ਼ਬਦ ਸੁਣਿਆ ਵਾ ਸਾਰੀ ਉਮਰ 'ਚ ਤੇ ਬਣ ਗਏ ਸ੍ਰੀ ਗੁਰੂ ਅਮਰਦਾਸ ਸਾਹਿਬ। ਇਹ ਕੀ ਆ? ਰਹਿਤ। ਇਹ ਕੀ ਹੈ? ਯਕੀਨ। ਵੀ ਸੱਜਣਾ ਗੁਰੂ ਤੇ ਯਕੀਨ ਲੈ ਆ। ਯਕੀਨ ਕੀ ਹੋਣਾ ਚਾਹੀਦਾ? ਵੀ ਗੁਰਬਾਣੀ 'ਚ ਜੋ ਆਇਆ ਹੈ ਸਭ ਸੱਤ ਹੈ। ਤੇ ਇਹ ਮਹਾਰਾਜ ਨੇ ਸਾਨੂੰ ਆਖਿਆ। ਗੁਰਬਾਣੀ ਦੇ ਵਿੱਚ ਰੱਬ ਦੀ ਗੱਲ ਆਈ ਹੈ ਤੇ ਸਾਡੇ ਭਰਾ ਕਹਿੰਦੇ ਰੱਬ ਸਿਰਫ ਗੱਲਾਂ 'ਚ ਹੀ ਆ, ਅਸਲੀਅਤ 'ਚ ਨਹੀਂ।
पर पंजवें पातशाह ने की शब्द पढ़िया सी इत्थे आण के, सतगुरु ने की जिक्र किया सी, मैं पेख्यो री ऊंचा मोहन सब ते ऊंचा। मैं कलियां रब दियां गल्लां नहीं करदा, रब नूं मैं वेख्या भी है। रब साडे वांग ही सुनदा वा, वेखदा वा, बोलदा वा, प्रेम करदा वा, ते रब हस्ती आ। रब कोई हवा नहीं आ भी एवें गल्लां ही। सद सुनदा सद वेखदा, क्यों मुकर पिया जाए। हुण गुरबाणी दे विच पुनर जन्म की गल आई है, ते साडे भरा जिहड़े ईसाई मत के प्रभाव च आ, क्यों ईसाई पुनर्जन्म नहीं मानते, मुसलमान पुनर्जन्म नहीं मानते, पर गुरबाणी तो मानती है ना बई कई जन्म भय कीट पतंगा, कई जन्म गज मीन करंगा, कई जन्म पंखी सर्प होए, कई जन्म हैवर बृख जोए। मिल जगदीश मिलन की बरिया, चिरंकाले देह संजरिया। ते इहदे बाद अब के छुटके ठौर ना ठाओ। जे ये वारी भी लंघ गई सज्जणा, ते तेरे पैर नहीं लगने। फिर ये मौका फिर नहीं मिलना अमृत छकण दा, बाणी पढ़न दा, सत संगत करन दा। पर अज साइंस ने सिद्ध कर दिता भी पुनर्जन्म होंदा है। तां गुरु की बाणी उत्ते यकीन लियाउणा। लंडन की एक घटना है, एक बीबी का जन्म लंडन के 1904 च होया। 5 सालां दी सी जदों खेडदियां खेडदियां सट लग गई सिर ते। मौत तो ते बच गई, डॉक्टरां ने डिकलेयर करता भी मर गई है, पर मौत तो बच गई। पर उस सट तो बाद जिंदगी बदल गई। उम्र 5 सालां दी बच्चे दी ते गल्लां उहदियां बुढ़ियां वालियां, इहो जिहियां गल्लां करन लगी, माँ प्यो हैरान करते। एक दिन उहदे माँ प्यो का दिल परचाउण वास्ते ना अजैब घर बने हुंदे बाहरले देशां बड़े वड्डे वड्डे, उत्थे लैके गए ते उत्थे मिस्र देश दीयां मूर्तियां लगियां सी 3000 साल पुराणियां। जदों वो मूर्तियां वेखण लगी ते चा चढ़ गया। उत्थे एक मूर्ति लगी सी जनानी दी, ते भज के कहण लगी, आ मैं आ, ये मेरी आ, ते आ मेरा पिता वा बजुर्ग आ जिहदी मूर्ति लगी हुई। माँ प्यो ने सोचा भी एवें कमल कुटदी है, उन्हां मूर्तियां दे पैर चुम्मण लग पई, हसन लग पई। हौली हौली माँ प्यो ने डॉक्टरां कोले खड़ना शुरू किया भी ये दिमाग ते असर पै गया। हौली हौली गल चल के पुरातन विभाग वाले होंदे ना जिहड़े पुरानियां चीज़ां सामभदे खोजां करदे, उन्हां कोले गई। उन्हां आण के पुछया भी जे ये तू है तो उस थां दा नक्शा दस। कहंदी मैं उस समय बादशाह की प्रेमिका सी ते मंदिर की पुजारी सी, मंदिर च पुजारी सी, ते मेरे मंदिर दे लागे सी बाग। ते कमाल की गल है, जदों उन्हां उथों थां पुट्टिया उथों बाग निकले, आखो सतनाम। फिर साइंस दीयां उंगलां भी मूँह च पै गईयां। ते ईसाई धर्म ने उन्होंने इसे करके स्कूल चों कढ़ता, इहदा साडा धर्म फेल कर दूगी, जिहो जिहियां गल्लां करदी आ भी पिछला जन्म ही उन्हां स्कूल चों छुट्टी कर दी। कहण तो भाव हुण उहदा जन्म कदों होया? 1904 च, ते मौत होई खणी 1983 च। ते जिहड़ी उहनूं पिछले जन्म की याद आई, वो पता 3000 पिछे 1200 तकरीबन 76 के 80 BC, मैंने ईसाई हज़रत ईसा मसीह जी के जन्म तो भी 1200 साल पहला, बिफोर क्रिस्ट BC।
ਉਦੋਂ ਦੀ ਯਾਦ। ਹੁਣ ਮੈਨੂੰ ਦੱਸੋ ਇਹ ਗੱਲ ਨੂੰ ਕਿੱਦਾਂ ਸਿੱਧ ਕਰੋਗੇ? ਇਹ ਗੱਲ ਬਾਹਰਲੀਆਂ ਅੱਖਾਂ ਨਾਲ ਤੇ ਦਿਖਦੀ ਨਹੀਂ, ਬਾਹਰਲੇ ਕੰਨਾਂ ਨਾਲ ਤੇ ਸੁਣਦੀ ਨਹੀਂ। ਕਿਉਂ ਸਾਇੰਸ ਕਹਿੰਦੀ ਹੈ ਵੀ ਜਿਹੜੀ ਚੀਜ਼ ਬਾਹਰਲੇ ਸਰੀਰ ਦੀ ਪਕੜ 'ਚ ਆਉਂਦੀ ਹੈ ਤੇ ਜਿਹਦਾ ਕਾਰਨ ਹੋਵੇ ਉਹਨੂੰ ਸੱਚ ਮੰਨ ਬਸ। ਜਿਹੜੀ ਚੀਜ਼ ਬਾਹਰਲੀਆਂ ਇੰਦਰੀਆਂ ਦੀ ਪਕੜ 'ਚ ਨਹੀਂ ਤੇ ਜਿਹਦਾ ਕਾਰਨ ਕੋਈ ਨਹੀਂ ਹੈ ਉਹਨੂੰ ਸਾਇੰਸ ਨਹੀਂ ਮੰਨਦੀ। ਪਰ ਇਹਨੂੰ ਕਿੱਦਾਂ ਮੰਨਾਂਗੇ? ਬਸ ਇੱਕ ਗੱਲ ਤੇ ਯਕੀਨ ਲੈ ਆਓ ਕਿ ਗੁਰਬਾਣੀ 'ਚ ਜੋ ਲਿਖਿਆ ਹੈ ਉਹ ਕੀ ਹੈ? ਸਤ ਹੈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੋਹ ਕਢਾਏ। ਧੰਨ ਗੁਰੂ ਅਮਰਦਾਸ ਸਾਹਿਬ ਦੀ ਖਾਸੀਅਤ ਦੱਸਦੇ ਪਏ ਨੇ ਭੱਟ ਭਿੱਖਾ ਸਾਹਿਬ ਜੀ। ਉਹ ਕਹਿੰਦੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਏ। ਕਹਿਣ ਵਾਲੇ ਗੱਲਾਂ ਕਰਨ ਵਾਲੇ ਬਥੇਰੇ ਨੇ, ਸੁਣਨ ਸੁਣਾਉਣ ਵਾਲੇ ਬਥੇਰੇ ਨੇ, ਪਰ ਰਹਿਤ ਕਿਸੇ ਵਿੱਚ ਨਹੀਂ, ਯਕੀਨ ਕਿਸੇ ਵਿੱਚ ਨਹੀਂ ਪਰਮਾਤਮਾ ਤੇ, ਮਾਲਕ ਉੱਤੇ, ਵਾਹਿਗੁਰੂ ਉੱਤੇ। ਇਹ ਯਕੀਨ ਲਿਆਉਣਾ ਆਪਾਂ। ਕੀ ਯਕੀਨ? ਸਭ ਤੇ ਵੱਡ ਸਮਰੱਥ ਗੁਰਦੇਵ, ਗੁਰੂ ਤੋਂ ਵੱਡਾ ਕੋਈ ਨਹੀਂ ਸੰਸਾਰ ਦੇ ਵਿੱਚ। ਜਿਤੜੇ ਫਲ ਮਨ ਬਾਛੀਐ ਤਿਤੜੇ ਸਤਿਗੁਰ ਪਾਸ। ਜੋ ਚਾਹੋਗੇ ਗੁਰੂ ਦੇ ਦਰ ਤੋਂ ਮਿਲੇਗਾ, ਜੋ ਮੰਗੋਗੇ ਸਤਿਗੁਰੂ ਦੇਣਗੇ। ਇਹ ਯਕੀਨ ਲਿਆਉਣਾ ਔਖਾ ਹੈ। ਵੈਸੇ ਤੇ ਸਮੇਂ ਦੀ ਗਵਾਹੀ ਵੀ ਹੈ, ਸਮਾਂ ਸਮਾਪਤੀ ਵੱਲ ਵਧਦਾ ਪਿਆ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਇੱਕ ਗਾਥਾ ਕਹਿ ਕੇ ਸਮਾਪਤੀ ਕਰਾਂ। ਨਾਮ ਹੈ ਦੁਰਗਾ ਦਾਸ ਬ੍ਰਾਹਮਣ। ਸਤਿਗੁਰੂ ਦੇ ਜੀਵਨ 'ਚ ਆਉਂਦਾ, ਪਰ ਆਉਂਦਾ ਕਦੋਂ ਹੈ? ਜਦੋਂ ਸਤਿਗੁਰੂ ਸਿੱਖ ਧਰਮ ਦੀ ਪਰੰਪਰਾ ਅਨੁਸਾਰ ਨਹੀਂ ਸੀ ਚੱਲੇ, ਉਦੋਂ ਦੀ ਗੱਲ ਹੈ। ਗੁਰਮਤਿ ਤੇ ਨਹੀਂ ਸੀ ਚੱਲੇ। ਕਿੱਥੇ ਜਾਂਦੇ ਸੀ? ਹਰਿਦੁਆਰ ਗੰਗਾ ਤੇ ਇਸ਼ਨਾਨ ਕਰਨ। ਆ ਪਿੱਛੇ ਜੇ ਗੱਲ ਚੱਲੀ ਸੀ ਜੀ, ਪਿਛੋਕੜ, ਬੇਦੀ ਸੋਢੀਆਂ ਦਾ ਪਿਛੋਕੜ ਕੀ ਹੈ? ਸਾਨੂੰ ਕੀ, ਸਾਡਾ ਪਿਛੋਕੜ ਕੀ ਹੈ? ਸਾਡਾ ਧਰਮ ਕਦੋਂ ਸ਼ੁਰੂ ਹੋਇਆ? ਜਦੋਂ ਪੰਡਤ ਜੀ ਜਨੇਊ ਪਾਉਣ ਲੱਗੇ ਤੇ ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਰਹਿਣ ਦੇ, ਅਸੀਂ ਨਹੀਂ ਪਾਉਣਾ। ਉਹ ਤੋਂ ਪਹਿਲਾਂ ਨਾਲ ਸਾਡਾ ਕੀ ਮਤਲਬ? ਖਾਨਦਾਨ ਹੈ ਉਹ ਤੇ ਕਿਸੇ ਨਾਲ ਜੁੜਨਾ ਹੀ ਹੈ। ਅੱਜ ਵੀ ਪਾਕਿਸਤਾਨ ਵਿੱਚ ਸੰਧੂ, ਗਿੱਲ, ਜ਼ਿਮੀਂਦਾਰ, ਹੋਰ ਜਿੰਨੀਆਂ ਇੱਧਰ ਕਾਸਟਾਂ ਨੇ ਓਨੀਆਂ ਕਾਸਟਾਂ ਦੇ ਮੁਸਲਮਾਨ ਉੱਧਰ ਬੈਠੇ। ਹੁਣ ਜੇ ਉਹ ਕੱਲ ਨੂੰ ਕਹਿ ਦੇਣ ਵੀ ਤੁਸੀਂ ਮੁਸਲਮਾਨ ਆ ਤੇ ਆਪਾਂ ਕੀ ਮੁਸਲਮਾਨ ਹੋ ਗਏ? ਹੁਣ ਫਿਰ ਸਾਨੂੰ ਸਾਡੇ ਪਿਛੋਕੜ ਨਾਲ ਕੋਈ ਮਤਲਬ ਨਹੀਂ। ਕਿਉਂ? ਜੇ ਪਿਛੋਕੜ ਵੇਖਣ ਜਾਓਗੇ ਤੇ ਗੁਰੂ ਅੰਗਦ ਦੇਵ ਸਾਹਿਬ ਲਾਟਾਂ ਵਾਲੀ ਦੇਵੀ ਨੂੰ ਮੰਨਦੇ ਸੀ। ਜੇ ਪਿਛੋਕੜ ਵੇਖੋਗੇ ਤੇ ਭਾਈ ਭਗੀਰਥ ਮਾਤਾ ਕਾਲੀ ਦਾ ਪੁਜਾਰੀ ਸੀ। ਜੇ ਪਿਛੋਕੜ ਵੱਲ ਤੁਰੋਗੇ ਤਾਂ ਭਾਈ ਵਿਧੀ ਚੰਦ ਸਾਹਿਬ ਪਹਿਲਾਂ ਚੋਰੀਆਂ ਕਰਦੇ ਸੀ ਤੇ ਬਾਅਦ ਚ ਕੀ ਬਣੇ? ਵਿਧੀ ਚੰਦ ਸ਼ੀਨਾ ਗੁਰੂ ਕਾ। ਹੁਣ ਇਹਨਾਂ ਦੋਵਾਂ ਚੋਂ ਕਿਹੜਾ ਵੇਖਣਾ ਵਾ? ਅੱਛਾ, ਅੱਜ ਕੋਈ ਸਿੱਖ ਅੰਮ੍ਰਿਤ ਛਕ ਲੇ, ਪਿਛਲਾ ਜੀਵਨ ਉਹਦਾ ਮਾੜਾ ਹੋਵੇ, ਮਨਮੁਖਾਂ ਵਾਲਾ ਹੋਵੇ, ਤੇ ਕੀ ਹੋਣਾ? ਆਪਾਂ ਉਹਦਾ ਪਿਛਲਾ ਜੀਵਨ ਹੀ ਰੱਖਣਾ ਜਦੋਂ ਗੁਰੂ ਨੇ ਉਹਨੂੰ ਦਾਤ ਦੇਤੀ ਅੰਮ੍ਰਿਤ ਦੀ। ਗੱਲ ਤੇ ਇੱਥੇ ਮੁੱਕੀ ਨਾ ਆਣ ਕੇ। ਗੱਲ ਉਦੋਂ ਦੀ ਆ ਜਦੋਂ ਸਤਿਗੁਰੂ ਯਾਤਰਾ ਤੇ ਜਾਂਦੇ ਸੀ ਤੇ ਇਹ ਜਿਹੜਾ ਦੁਰਗਾ ਦਾਸ ਬ੍ਰਾਹਮਣ ਸੀ, ਇਹਨੇ ਮਹਾਰਾਜ ਦਾ ਚਰਨ ਵੇਖ ਕੇ ਆਖਿਆ ਸੀ ਤੁਹਾਡੇ ਚਰਨ 'ਚ ਪਦਮ ਦੀ ਰੇਖਾ ਵਾ, ਇਸ ਕਰਕੇ ਤੁਸੀਂ ਇੱਕ ਦਿਨ ਬਾਦਸ਼ਾਹ ਚੱਕਰਵਰਤੀ ਬਣੋਗੇ।
चलो समा बीतिया, सतगुरु जी गद्दी ते बैठे गुरमत का प्रचार करने वास्ते तीर्थां ते गए। मेड़े पिंड का रहन वाला दुर्गा दास ब्राह्मण उहदे पिंड च भी गए। जदों उहदे पिंड गए तो उन्हें पुछया भी ये कौन ने। हौली हौली तुरदा संगत च आया। सिखां आख्या भी ये सतगुरु श्री गुरु नानक देव साहब की गद्दी दे तीसरे मालक ने, धन गुरु अमरदास साहब महाराज। वो कहन लगा मैं इन्हों पछाणदा वां। चलो महाराज नूं नमस्कार की। सतगुरु जी ने पछाणिया ते ये दुर्गा दास ब्राह्मण सच्चे पातशाह नूं कहन लगा जी तुसी मेरे नाल इकरार कीता सी, ते ओ मेरी भविष्यवाणी पूरी हुई है, ते हुण किरपा करके मैनू बख्शिश दो। धर्मी ब्राह्मण होऊगा, नहीं तो 10-10 रुपये लैण वाले तो सारिਆਂ ਨੂੰ हथ वेख के कह देंदे तू बाहर जाना वा, तेरी नौकरी लगनी आ। लैने तो 50 रुपये होंदे सारे, पर नहीं, कहंदा जदों बन जाओगे ना उदों मंगूंगा जे शरीर रिहा ते। महाराज कहंदे चंगा फिर उदों देवांगे। मेड़े पिंड च सतगुरु गए ने, ये ब्राह्मण आया ते आण के इन्हें बेनती की कि महाराज किरपा करो हुण दास ते। सतगुरु कहंदे इस लोक दा सुख चाहिदा है, धन पदार्थ इस्त्री पुत चाहिदा है, लै लै। जे मन च वराग आ कि ये दुनिया ते रहना सदा नहीं, ते परलोक दा सुख चाहिदा, नाम चाहिदा है, मुक्ति चाहिदी है, तो वो लै लै। पर गल ये है भी दोवां चों एक चीज़ मिलेगी, जां इत्थों दा सुख जां उत्थों दा सुख, दोवें नहीं मिलणगे। ये गल तुसीं नोट करियो। कोई विरला ही होऊगा जिहदे कोले माया भी होऊगी ते धर्म भी होऊगा, नहीं तो 70-30 का काम चलदा वा। 70-30 का जितों पैसा बहुता वाना वो तो धर्म एवं दिखावे का ही है, एवं 30% इतों भी थोड़ा ही होगा। तो जिहदे कोले बंदगी ज़्यादा है, कमाई ज़्यादा है, सेवा ज़्यादा है, उन्होंने मालक माया नहीं दिंदा। एवं किते बेमुखी ना हो जाए, चंगा भला राह ते तुरिया जाता है। जाना तो पैना ही आ, पैसे वाले नूं भी ते गरीब नूं। ये कुदरती गल तुसीं देखो संसार दे विच, आप जी हैरान होवोगे। ब्राह्मण ने जिहड़ा जवाब दिता ना, हैरान कर दिता। मंगना की है सतगुरु तो, आपां भी बेनती करिए। भाई साहब भाई संतोख सिंह जी ने लाइनां लिखियां ने बड़ियां सुंदर। नाम दे धन दे ना जन को, धन विहीन जन शोभ ना पावे। पैसा नाम दिना वा ते पैसा नहीं दिंदा, ते तेरा होवा मैं सिख ते रोटी तो भी तुरिया फिरां। हुण मैं मंगण तुरिया फिरां लोकां कोलों, नाम बड़ा जपदा ते पर मंगी जावां रोज़ ही। नाम दे धन दे ना जन को, धन विहीन जन जग ना सुहाए। अच्छा अगे पता की कहंदे, जे धन दे नाम न देवे, जे पैसा दिना ते नाम नहीं दिना, नाम बिना जन जमपुरे सदाए। नाम तो बिना जमा दी फाही पैड़ी है। तुम पै कही नहीं बन आवे, ज्यों भावै त्यों बनत बनावे। धन गुरु अमरदास है, मैं किहड़े मूँह ना बेनती करा, मैं की कमा हुण बई नाम दे के पैसा दे। मैं नहीं कुछ कह सकता। गुर अमरदास तेजो के नंदन, दोनों निर्मल पंथ चलाए। धन गुरु अमरदास साहब जे तुठे हो तो दोवें चीज़ां दे दो, यह लोक सुखीए परलोक सुहेले, नानक हर प्रभ
आपे मेले धन गुरु अमरदास साहब खुश हो के कहते जा ब्राह्मणा तेनों दोवें ही दित्तियां इत्थों दा सुख भी ते परलोक दा भी सुख। एवें नहीं गुरबाणी दे विच लिखिया कि धन गुरु अमरदास साहब महाराज वो मनुख सफले ने जिन्हां ने तेरे दर्शन कर ले, वो मनुख सफले ने जिन्हां ने तेरी बाणी सुन ली, वो मनुख सफले ने जिहड़े तेरे दर ते आ गए। ते जो भी दात संसार दे विच चाहीदी होवे वो इस दर तो धन गुरु अमरदास साहब तो प्राप्त होती है। ये रहत असीं लियाउणी अपने गुरु उत्ते, जो मंग है ठाकुर अपने ते सोई सोई देवै, नानक दास मुख ते जो बोलै इहां उहां सच होवै। आओ ये बेनतियां कुछ करन दा यतन कीता सी। सतगुरु साहब सच्चे पातशाह जी का कोटान कोट शुक्र है जिन्हां ने अपने दर ते अपने चरणों में हाजरी भरन का सुभाग बख्शिश किया है। जिथे सतगुरु जी के चरणों च बेनती है उत्थे सारियां संगतां दा रोम रोम करके धन्नवाद। श्रोमणी गुरुद्वारा प्रबंधक कमेटी साडे आली साहब, इत्थों के मैनेजर सरदार गुरप्रीत सिंह जी, हैड ग्रंथी ज्ञानी कुलवंत सिंह जी का जिथे धन्नवाद।